ਜਦੋਂ ਸਕੂਲ 'ਚ ਪੜ੍ਹਦੇ ਸੀਗੇ ਉਦੋਂ ਇਹ ਸਬਜੈਕਟ ਹੁੰਦਾ ਸੀ ਤੁਹਾਨੂੰ? ਅੱਜ ਕੱਲ੍ਹ ਤਾਂ ਇਹ ਸਬਜੈਕਟ ਕੰਪਲਸਰੀ ਕਰ ਦਿੱਤਾ ਗਿਆ ਮੈਨੂੰ ਲੱਗਦਾ। ਕਿਹੜੀ ਕਲਾਸ ਤੋਂ? 6ਵੀਂ ਕਲਾਸ ਤੋਂ ਹੈ ਨਾ। ਗ੍ਰੈਜੂਏਸ਼ਨ ਤਾਂ ਬਹੁਤ ਹਾਇਰ ਲੈਵਲ ਹੋ ਗਿਆ, ਲੇਕਿਨ ਜਿਹੜੀ ਛੋਟੀਆਂ ਕਲਾਸਾਂ ਨੇ 6ਵੀਂ ਕਲਾਸ ਤੋਂ ਇਸ ਸਬਜੈਕਟ ਨੂੰ ਕੰਪਲਸਰੀ ਕਰ ਦਿੱਤਾ ਗਿਆ ਕਈ ਥਾਵਾਂ 'ਤੇ, ਕਿਉਂਕਿ ਜਿਹੜਾ ਹੁਣ ਸਮਾਂ ਜਿਵੇਂ ਜਿਵੇਂ ਲੰਘਦਾ ਜਾ ਰਿਹਾ ਹੈ, ਪੋਲਿਊਸ਼ਨ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਅਤੇ ਕਲਾਈਮੇਟ ਹੈ ਜਿਹੜਾ ਉਹ 'ਚ ਬੜੇ ਚੇਂਜਿਸ ਆਉਂਦੇ ਜਾ ਰਹੇ ਨੇ, ਰਾਈਟ। ਆ ਜਿਹੜੀ ਸੁਨਾਮੀ ਆਈ ਸੀ ਸੰਨ 2004 'ਚ ਆਪਣੀ ਗੱਲ ਹੋਈ ਸੀ ਨਾ, ਮਤਲਬ ਹਜ਼ਾਰਾਂ ਲੋਕ ਮਰੇ ਉਹਦੇ 'ਚ। ਉਹਨੂੰ 14 ਦੇਸ਼ਾਂ ਨੂੰ ਅਫੈਕਟ ਕੀਤਾ ਉਸ ਸੁਨਾਮੀ ਨੇ। 14 ਦੇਸ਼ਾਂ ਦੇ ਵਿੱਚ ਲੱਖਾਂ ਲੋਕ ਮਰੇ ਹੋਣੇ ਆ, ਠੀਕ ਹੈ, ਅਤੇ ਹੋਰ ਕਈ ਲੱਖਾਂ ਦਾ ਜੀਵਨ ਜਿਹੜਾ ਹੈਗਾ ਉਹ ਅਫੈਕਟ ਹੋਇਆ ਹੋਣਾ ਉਹਦੇ ਨਾਲ। ਯੈਸ ਔਰ ਨੋ? ਤਾਂ ਉਹ ਸੁਨਾਮੀ ਤਾਂ ਪਹਿਲਾਂ ਵੀ ਆਉਂਦੀ ਸੀ, ਪਹਿਲਾਂ ਵੀ ਆਉਂਦੀ ਰਹਿੰਦੀ ਹੋਣੀ। ਸੁਨਾਮੀ ਤਾਂ ਉਦੋਂ ਆਉਂਦੀ ਹੈ ਜਦੋਂ ਸਮੁੰਦਰ ਦੇ ਵਿੱਚ ਭੂਚਾਲ ਆਉਂਦਾ। ਹੁਣ ਭੂਚਾਲ ਕੋਈ ਇਨਸਾਨ ਕਰਕੇ ਤਾਂ ਨਹੀਂ ਆਉਂਦਾ, ਭੂਚਾਲ ਤਾਂ ਨੈਚੁਰਲ ਇਵੈਂਟ ਹੈ, ਤੁਹਾਡਾ ਉਹਦੇ 'ਚ ਕੋਈ ਲੈਣਾ। ਹਾਂ, ਭੂਚਾਲ ਸਾਡੇ ਕਰਕੇ ਆ ਸਕਦਾ ਜੇਕਰ ਅਸੀਂ ਕੋਈ ਬਹੁਤ ਵੱਡਾ ਡੈਮ ਬਣਾ ਦਈਏ। ਮਹਾਰਾਸ਼ਟਰ ਦੇ ਵਿੱਚ ਇੱਕ ਡੈਮ ਹੈਗਾ ਕੋਇਨਾ ਡੈਮ, ਕੋਇਨਾ ਰਿਵਰ ਹੈ, ਉਹਦੇ ਉੱਪਰ ਕੋਇਨਾ ਡੈਮ ਹੈਗਾ। ਪ੍ਰਭਜੋਤ ਜੀ ਨੂੰ ਬੰਦ ਕਰ ਦਿਓ। ਕੋਇਨਾ ਰਿਵਰ ਦੇ ਉੱਪਰ ਕੋਇਨਾ ਡੈਮ ਹੈਗਾ, ਉਹ ਡੈਮ ਕਰਕੇ ਭੂਚਾਲ ਆ ਗਿਆ ਉੱਥੇ, ਕਿਉਂਕਿ ਡੈਮ 'ਚ ਇੰਨਾ ਜ਼ਿਆਦਾ ਪਾਣੀ ਸਟੋਰ ਹੁੰਦਾ ਕਿ ਮਤਲਬ ਉਹ ਪਾਣੀ ਦੀਆਂ ਵਾਈਬ੍ਰੇਸ਼ਨਸ ਭੂਚਾਲ ਨੂੰ ਪੈਦਾ ਕਰ ਦਿੰਦੀਆਂ। ਜਾਂ ਫਿਰ ਤੁਸੀਂ ਐਡਾ ਵੱਡਾ ਵਿਸਫੋਟ ਕਰ ਦਿਓ। ਕਈ ਵਾਰੀ ਆ ਬੰਬ ਜਿਹੀ ਦੀ ਆਵਾਜ਼ ਨਹੀਂ ਆਉਂਦੀ, ਇਹ ਕੀ ਹੁੰਦਾ? ਜਦੋਂ ਕੋਈ ਨਾ ਕੋਈ ਜਿਹੜੇ ਫਾਈਟਰ ਜੈਟ ਪਲੇਨ ਲੰਘਦੇ ਨੇ ਨਾ ਸਾਡੇ ਐਟਮੋਸਫੀਅਰ ਦੀ ਉੱਪਰਲੇ ਲੇਅਰਸ ਯਾਨੀ ਸਟ੍ਰੈਟੋਸਫੀਅਰ ਦੇ ਵਿੱਚੋਂ, ਸਮਤਾਪ ਮੰਡਲ ਕਹਿੰਦੇ ਉਹਨੂੰ, ਤਾਂ ਜਦੋਂ ਆਪਣੀ ਸਪੀਡ ਨੂੰ ਇਨਕਰੀਜ਼ ਜਾਂ ਡਿਕਰੀਜ਼ ਕਰਦੇ ਆ ਤਾਂ ਇੱਕੋ ਦਮ ਪਿੱਛੋਂ ਦੀ ਇੱਕ ਬੂਮ ਛੱਡਦੇ ਆ। ਬੂਮ, BOOM, ਬੂਮ ਮਤਲਬ ਧਮਾਕਾ। ਉਹ ਧਮਾਕਾ ਹੁੰਦਾ। ਕਈਆਂ ਨੂੰ ਲੱਗਦਾ ਕਿ ਬੰਬ ਫਟ ਗਿਆ ਜਾਂ ਪਾਕਿਸਤਾਨ ਨੇ ਹਮਲਾ ਕਰਤਾ ਜਾਂ ਟਰਾਂਸਫਾਰਮਰ ਫਟ ਗਿਆ। ਇਹੋ ਜਿਹਾ ਕੁਝ ਨਹੀਂ ਹੁੰਦਾ। ਉਹ ਹਵਾਈ ਜਹਾਜ਼ ਲੰਘਦੇ ਰਹਿੰਦੇ ਆ ਕਿਉਂਕਿ ਉਹਨਾਂ ਦੀਆਂ ਚੱਲਦੀਆਂ ਰਹਿੰਦੀਆਂ ਡਰਿਲਸ ਵਗੈਰਾ, ਅਤੇ ਉਹ ਇਹ ਕਰਦੇ ਰਹਿੰਦੇ। ਗੱਲ ਸਮਝ ਆਈ? ਐਨੀਵੇਜ਼, ਤਾਂ ਕਲਾਈਮੇਟ ਚੇਂਜ ਇੱਕ ਬਹੁਤ ਮਹੱਤਵਪੂਰਨ ਟੌਪਿਕ ਹੈ। ਜਿਹੜੇ ਹਿਸਾਬ ਨਾਲ ਅਸੀਂ ਕਲਾਈਮੇਟ ਨੂੰ ਐਕਸਪਲੋਇਟ ਕਰਦੇ ਹਾਂ, ਕੋਈ ਉਹ ਨਹੀਂ ਹੈਗਾ ਵੀ ਤੁਸੀਂ ਜੇ ਮਤਲਬ ਨਦੀਆਂ ਦੇ ਵਿੱਚ ਸਿਰਫ ਇੰਡਸਟਰੀਜ਼ ਹੀ ਪੋਲਿਊਸ਼ਨ ਕ੍ਰੀਏਟ ਕਰਦੀਆਂ। ਅਸੀਂ ਵੀ ਤਾਂ ਕਿਤੇ ਨਾ ਕਿਤੇ ਪੋਲਿਊਸ਼ਨ ਨੂੰ ਬੜਾਵਾ ਦਿੰਦੇ ਹਾਂ ਜਦੋਂ ਅਸੀਂ ਬੇਫਜ਼ੂਲ ਪੱਖਾ ਜਾਂ ਲਾਈਟ ਚੱਲਣ ਦਿੰਦੇ ਹਾਂ। ਜਦੋਂ ਤੁਹਾਨੂੰ ਲੋੜ ਹੈਗੀ ਹੈ ਤਾਂ ਉਹਨੂੰ ਯੂਜ਼ ਕਰੋ। ਹਾਲਾਂਕਿ ਜਿਹੜੇ ਹੁਣ ਪੰਖੇ ਜਾਂ ਲਾਈਟਾਂ ਚੱਲ ਰਹੀਆਂ ਨੇ, ਇਹਨਾਂ ਕਰਕੇ ਦੇਖੋ ਹੁਣ ਮੈਂ ਇਹਨੂੰ ਡਿਕਰੀਜ਼ ਕਰਦਾ ਤਾਂ ਹੁਣ ਆਵਾਜ਼ ਘਟ ਗਈ। ਇਹ ਵੀ ਇੱਕ ਪੋਲਿਊਸ਼ਨ ਸੀਗਾ ਜਿਹਨੂੰ ਆਪਾਂ ਕਹਿੰਦੇ ਨੋਇਜ਼ ਪੋਲਿਊਸ਼ਨ, ਠੀਕ ਹੈ ਨਾ। ਤਾਂ ਦੁਨੀਆ ਦੀ ਸਭ ਤੋਂ ਜ਼ਿਆਦਾ ਨੋਇਜ਼ ਪੋਲਿਊਸ਼ਨ ਵਾਲੀ ਜਗ੍ਹਾ ਜਿਹੜੀ ਹੈ ਉਹ ਢਾਕਾ ਹੈ। ਢਾਕਾ ਕਿੱਥੇ ਆਪਣੀ? ਅਤੇ ਉਹ ਤੋਂ ਬਾਅਦ ਆਪਣੇ ਇੱਥੇ ਦਿੱਲੀ ਦੇ ਆਲੇ ਦੁਆਲੇ UP ਦੇ ਕੁਝ ਸਿਟੀਜ਼ ਨੇ, ਠੀਕ ਹੈ ਨਾ। ਮੁਰਾਦਾਬਾਦ ਜਿਹੜਾ ਹੈਗਾ ਉਹਨੂੰ ਇੰਡੀਆ ਦੀ ਹਾਈਐਸਟ ਮਤਲਬ ਨੋਇਜ਼ ਪੋਲਿਊਟਡ ਪਲੇਸ ਕਿਹਾ ਜਾਂਦਾ। ਇੱਕ ਵਾਰੀ ਕਨਫਰਮ ਕਰ ਲਿਓ। ਅਤੇ ਵੈਸੇ ਏਅਰ ਪੋਲਿਊਸ਼ਨ ਦੇ ਮਾਮਲੇ 'ਚ ਸਭ ਤੋਂ ਮਾੜੀ ਜਿਹੜੀ ਜਗ੍ਹਾ ਦਿੱਲੀ ਹੈ। ਏਅਰ ਪੋਲਿਊਸ਼ਨ ਲੈਵਲਸ ਦੇ ਵਿੱਚ ਦਿੱਲੀ ਸਭ ਤੋਂ ਇੱਕ ਇੱਦਾਂ ਦੀ ਕੈਪੀਟਲ ਹੈ ਦੁਨੀਆ ਦੀ ਸਭ ਤੋਂ ਪੋਲਿਊਟਡ ਕੈਪੀਟਲ। ਤਾਂ ਉਹਦਾ ਕਾਰਨ ਹੈ ਵੀ ਕਿਉਂਕਿ ਪੋਪੂਲੇਸ਼ਨ ਬਹੁਤ ਜ਼ਿਆਦਾ। ਦਿੱਲੀ ਦੀ ਜਿਹੜੀ ਪੋਪੂਲੇਸ਼ਨ ਹੈ ਹਰ 10 ਸਾਲ ਦੇ ਵਿੱਚ 1.5 ਗੁਣਾ ਹੋ ਜਾਂਦੀ ਹੈ। ਸਮਝ ਰਹੇ ਹੋ ਨਾ? 1.5 ਗੁਣਾ ਮਤਲਬ ਜਿੰਨੇ ਜੇ 100 ਸੀ ਤਾਂ 150 ਹੋ ਗਈ, ਤਾਂ ਫਿਰ ਜੇ ਹੁਣ 150 ਦਾ ਅੱਗੇ 1.5 ਗੁਣਾ ਹੋਰ ਵੱਧ ਜੂਗੀ, ਲਾਈਕ ਦੈਟ। ਤਾਂ ਇੱਕ ਬੜੀ ਇੱਕ ਚਿੰਤਾਯੋਗ ਗੱਲ ਹੈ। ਤਾਂ ਹੀ ਤਾਂ ਦਿੱਲੀ ਦੇ ਆਲੇ ਦੁਆਲੇ ਦਾ ਜਿਹੜਾ ਏਰੀਆ ਹੈਗਾ ਉਹਨੂੰ NCR ਡਿਕਲੇਅਰ ਕਰ ਦਿੱਤਾ ਗਿਆ, ਨੈਸ਼ਨਲ ਕੈਪੀਟਲ ਰੀਜਨ। ਕਿਉਂਕਿ ਦਿੱਲੀ ਦੇ ਵਿੱਚ ਹੁਣ ਲੋਕਾਂ ਨੇ ਜਾਣਾ ਵੀ ਹੈਗਾ, ਕਿਉਂਕਿ ਉੱਥੇ ਲੋਕਾਂ ਨੇ ਆਪਣਾ ਕਾਰੋਬਾਰ ਵੀ ਕਰਨਾ ਹੈ, ਸੰਸਦ ਦੇ ਵਿੱਚ ਵੀ ਜਾਣਾ ਹੈ, ਬਹੁਤ ਕੁਛ ਹੈ ਦਿੱਲੀ 'ਚ। ਤਾਂ ਸਭ ਤੋਂ ਇੰਪੋਰਟੈਂਟ ਪਲੇਸ ਹੈ ਸਾਡੇ ਦੇਸ਼ ਦੀ। ਫਿਰ ਸਰਕਾਰ ਕਹਿੰਦੀ ਵੀ ਚਲੋ ਜਿਹੜੇ ਨਵੇਂ ਦਫ਼ਤਰ ਨੇ ਆਪਾਂ ਸਾਈਡਾਂ 'ਤੇ ਬਣਾਉਣੇ ਸ਼ੁਰੂ ਕਰ ਦਿੰਦੇ ਹਾਂ। ਹਰਿਆਣੇ ਦੇ ਕੁਝ ਜ਼ਿਲ੍ਹੇ, ਕੁਝ ਜ਼ਿਲ੍ਹੇ UP ਦੇ, ਕੁਝ ਜ਼ਿਲ੍ਹੇ ਰਾਜਸਥਾਨ ਦੇ, ਉਹਨਾਂ ਨੇ NCR ਡਿਕਲੇਅਰ ਕਰਤੇ, ਠੀਕ ਹੈ ਨਾ। ਐਨੀਵੇਜ਼, ਤਾਂ ਪੋਲਿਊਸ਼ਨ ਇੱਕ ਬਹੁਤ ਇੰਪੋਰਟੈਂਟ ਵਿਸ਼ਾ ਹੈ, ਚਿੰਤਾਯੋਗ ਚੀਜ਼ ਹੈ ਪੋਲਿਊਸ਼ਨ, ਪ੍ਰਦੂਸ਼ਣ। ਇਹਨੂੰ ਤੁਸੀਂ ਅਸੀਂ ਜਦੋਂ ਸਕੂਲ 'ਚ ਪੜ੍ਹਦੇ ਸੀ ਉਦੋਂ ਇੱਕ ਸਕਿੱਟ ਕੀਤਾ ਸੀ ਅਸੀਂ, ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਲੱਗਦੇ ਨੇ ਮਾਵਾਂ। ਕਿਹਦੀ ਇਹ? ਸ਼ਿਵ ਕੁਮਾਰ ਬਟਾਲਵੀ ਜੀ ਦੀ ਇੱਕ ਕਵਿਤਾ ਹੈ। ਤਾਂ ਉਹਦੇ 'ਚ ਮੈਂ ਕਿਸਾਨ ਬਣਿਆ ਸੀਗਾ, ਇੱਕ ਮੁੰਡਾ ਰੁੱਖ ਬਣਿਆ ਸੀਗਾ, ਅਤੇ ਫਿਰ ਮੈਂ ਕੁਲਹਾੜੀ ਲੈ ਕੇ ਜਾ ਕੇ ਉਹਨੂੰ ਕੱਟਦਾ, ਅਤੇ ਫਿਰ ਉਹ ਅੱਗੋਂ ਦੀ ਕਹਿੰਦਾ ਨਾ ਮਨੁੱਖ ਨਾ ਮੈਨੂੰ ਨਾ ਮਾਰ, ਠੀਕ ਹੈ ਨਾ। ਫਿਰ ਇੱਕ ਲੜਕੀ ਕੁਦਰਤ ਬਣੀ ਸੀ, ਉਹ ਕਹਿੰਦੀ ਸੀ ਵੇ ਜ਼ਾਲਮਾ ਤੈਨੂੰ ਦਰਦ ਨਹੀਂ ਆਉਂਦਾ, ਲਾਈਕ ਮਤਲਬ ਬੜਾ ਸਾਨੂੰ ਹੁਣ ਵੀ ਯਾਦ ਆ ਉਹ ਸੀਨ, ਠੀਕ ਹੈ। ਸੋ ਇੰਡੀਆ ਦਾ ਇਨਵਾਇਰਮੈਂਟ ਜੇ ਆਪਾਂ ਗੱਲ ਕਰੀਏ, ਇੰਡੀਆ 'ਚ ਹਰ 2 ਸਾਲ ਬਾਅਦ ਇੱਕ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਜਿਹਦਾ ਨਾਮ ਹੁੰਦਾ ਹੈ ਇੰਡੀਆ ਸਟੇਟ ਆਫ ਫੋਰੈਸਟ ਰਿਪੋਰਟ, ਜਿਹੜਾ ਮੇਰੇ ਕੋਲ ਡਾਟਾ ਹੈਗਾ 2019 ਦਾ।
लेकिन हुण 2021 का डाटा भी आ चुका है, इनू आपां बाद च इहदे नाल ऐड कर लांगे। ठीक है, तो इस रिपोर्ट के अनुसार जे आपां गल करिए इंडिया का जिहड़ा फॉरेस्ट अते ट्री कवर है, हुण दो चीज़ां मैं इत्थे लिखियां, फॉरेस्ट अते ट्री। फॉरेस्ट हुंदा जंगल, इहदे च लिखा होया फॉरेस्ट कवर, एक हुंदा फॉरेस्ट एरिया। किसी जगह नूं तुसीं डिक्लेयर करता भी ये दरख्तां वास्ते या जंगल वास्ते, ये मैं एरिया डिक्लेयर करता, जंगल भावें होवे भावें ना होवे, उन्होंने फॉरेस्ट एरिया कहा जाता। पर इत्थे गल हो रही है फॉरेस्ट कवर की, जिथे एक्चुअल फॉरेस्ट हैगा। ठीक है, अते जरूरी तो नहीं है कि दरख्त कल्ले फॉरेस्ट के विच ही होणगे, दरख्त तो किसी शहर च किसी सिटी च भी हो सकते हैं, अलग तो किसी भी जगह पर हो सकते हैं, तो उन्होंने आपां कहने जी ट्री कवर। ठीक है, तो इन्होंने दोनों जो आप मिला लीए, कुल मिला के आप कह लिए भी साडे देश किन्ने फॉरेस्ट ने, फॉरेस्ट ते ट्री कवर मिला के किन्ने जंगल अते दरख्त ने, तो है ने जी 24.56%, तकरीबन 25% तुसीं याद रख सकते हो। ठीक है जी, लेकिन साडा जो टारगेट है वो हैगा भी घट्टो घट्ट 33% तो होने चाहिए ने, ताही वो साडे द्वारा जिहड़ा असीं कार्बन डाइऑक्साइड वगैरह पैदा करते हैं, असीं भी साडे पोल्यूशन मतलब साडे व्हीकल्स ने जिहड़े फैक्ट्रियां चों पोल्यूटेंट्स निकलते हैं, उन्होंने एसिमुलेट करने वास्ते घट्टो घट्ट 33%, ये तो ज़्यादा भी हो सकता है, पर इन्ना तो टारगेट साडा होना चाहिए। ठीक है जी, पर असीं कंटीन्यूअसली हुण इहनूं वधा रहे हैं, कदे यह 20% हुंदा सीगा अज तो 40-50 साल पहला, हुण असीं हौली हौली इनक्रीज़ करते जा रहे हैं, सरकारां इहदे लई बहुत चिंतित ने। ओके, अच्छा नैक्सट इंपॉर्टेंट गल की है कि साडे देश का जिहड़ा फॉरेस्ट सर्वे ऑफ इंडिया हैगा, जिहड़ा सारा डाटा कलैक्ट करदा, इहदे हैडकुआटर्स कित्थे ने? देहरादून कित्थे है? उत्तराखंड च, राइट। अते इहदी मिनिस्ट्री किहड़ी? मिनिस्ट्री ऑफ एनवायरमेंट एंड फॉरेस्ट। ठीक है जी, इहदे नाल हुण लिख गया मिनिस्ट्री ऑफ एनवायरमेंट फॉरेस्ट एंड क्लाइमेट चेंज, इहदा पूरा नाम हुण ये हो गया। अते अगे चलते हैं, सब तो पहली साडी फॉरेस्ट पॉलिसी 1952 च आई सी, इदों असीं कहता सीगा कि साडे देश कितना होना चाहिए फॉरेस्ट एरिया, फॉरेस्ट कवर, एरिया नहीं कवर, एरिया च तां फिर होवे भावें ना होवे, एक्चुअल च इन्ना होना चाहिए फॉरेस्ट एंड ट्री कवर। ओके, ज़्यादातर फॉरेस्ट कित्थे हुंदा है? ओबवियसली माउंटेन्स दे विच ही हुंदा, क्योंकि उत्थे इंसान दा जिहड़ा गतिविधियां घट हुंदियां ने, पहाड़ां ते चढ़ना उतरना मुश्किल है, असीं उत्थे जाने घूम फिर के आ जाने। हालांकि फैक्ट्रियां पहाड़ां च भी बहुत लग रही हैं, तुसीं हिमाचल जाओगे तो सोलन वगैरह दे विच, बद्दी वगैरह दे विच बहुत फार्मासूटिकल फैक्ट्रीज इंडस्ट्रीज लग रही ने। उसका कारण है क्योंकि हिमाचल एक गरीब स्टेट है, वो तो ज़्यादातर उसकी इनकम कित्थों आउंदी सीगी? मेनली टूरिज्म तो आउंदी सी, पर टूरिज्म हुण पूरा साल तो चलता नहीं हैगा, फिर उन्होंने हौली हौली इंडस्ट्रियलाइजेशन करनी शुरू करती। ये होया तो माड़ा ही है, लेकिन हुण लोगों ने रोटी भी तो खानी है, भुखे थोड़ी मरनगे। साडी सरकार नूं तो शराब तो पैसा आ जाता है, वो नहीं पींदे इन्नी शराब, ठीक नहीं। सो उन्होंने कुछ तो करना सी, कहते फैक्ट्रियां ला लो, पर फिर भी उत्थे काफ़ी स्ट्रिक्ट रूल ने कि तुसीं जे पोल्यूशन क्रिएट कर रहे हो तो उन्होंने नाल दी नाल उन्होंने मतलब उस उन्होंने रीसाइकल करना, रीयूज़ करना, अते हो सके घट तो घट उसदा प्रभाव होना चाहिए। ठीक है, हुण देखो सब तो ज़्यादा फॉरेस्ट जिहड़ा हैगा साडे कित्थे है? मध्य प्रदेश च। मध्य प्रदेश बिल्कुल सेंटर च पैंदा साडे देश दे, है ना। छत्तीसगढ़ तो अलग होया मध्य प्रदेश तो, ते झारखंड बिहार तो अलग होया सीगा सन 2000 च। देखो उदों छत्तीसगढ़ भी इहदे नाल सीगा, छत्तीसगढ़ दे विच बहुत ज़्यादा जंगल है, दंडकारण्य याद है ना, जिथों महानदी निकलती है, या वो राम जी ने बनवास कट्टिया सी, मैं तुहानूं दस्सिया सीगा। सो वो भी इहदे विच सीगा पहला। एनीवेज अरुणाचल प्रदेश हैगा, फिर छत्तीसगढ़, छत्तीसगढ़ अपना मध्य प्रदेश चों निकलिया, ओडिशा अते मध्य। तुसीं पहला एक पहला याद रख लो, पहले 2 या 3 याद कर लो। MAC मैक नहीं हुंदा, मैक एप्पल मैक ऑपरेटिंग सिस्टम हुंदा ना, सो वो तुसीं याद रख लो भी MAC फॉरेस्ट कवर। सब तो घट हरियाणा और दूजे नंबर पर सब तो घट च असीं आउणे पंजाब च, फॉरेस्ट कवर बहुत घट है, सिर्फ 1849। ठीक है जी, पंजाब का तकरीबन 3.5% एरिया ही कवर करता है। ठीक है जी, सो क्योंकि पंजाब एक प्लेन स्टेट है, तो फिर इत्थे एग्रीकल्चर ज़्यादा प्रोडक्टिविटी पैदा करती है, इस करके असीं इत्थे फॉरेस्ट वगैरह ज़्यादा नहीं हैगे साडे। अच्छा अगे चलते हैं जी, यूटीज़ दे विच सब तो ज़्यादा फॉरेस्ट अंडेमान च मिलूगा। अंडेमान निकोबार दे विच बहुत सारे नैशनल पार्क्स भी ने, अपने इंडिया च टोटल 104 नैशनल पार्क ने, तो बहुत सारिया वाइल्ड लाइफ सेंचुरीज ने। अच्छा दमन एंड दीव दे विच सब तो घट है, हुण तो दमन दीव और दादर नगर हवेली होगी, हुण जो आप मिला दीए तो शायद वह हुण ज़्यादा हो जाऊगा, तो ये डाटा भी पुराना हो चुका है। ठीक है, दमन एंड दीव का एरिया घट सीगा यूटियां च,
पर हुण मैनू लगता है कि चंडीगढ़ होएगा शायद घट वाले च, क्योंकि बहुत वड्डी हो चुकी है। दमन दीव के नाल दादर नागर हवेली भी जुड़ चुकी है, सो कन्फर्म करना पएगा। अगे चलते हैं। पिछले 2 सालों के दौरान जो आप 2017 तो 19 की गल करिए, सब तो ज़्यादा इनक्रीज करनाटका च होया सीगा। करनाटका च भी काफ़ी जंगल है, ठीक है ना, उत्थे वैसटर्न घाट्स लंघते हैं, काफ़ी जंगल एरिया है, उत्थे भी काफ़ी सारे नैशनल पार्क्स ने, बंदीपुर हो गया, नगर होल हो गया। तो मिनीमम मैक्सीमम डिक्रीज कितने होया मिजोरम के, क्योंकि मिजोरम च पहले ही बहुत फॉरेस्ट है। हुण जे तुसीं पहला देखिया भी मध्य प्रदेश सब तो ज़्यादा फॉरेस्ट सीगा जे आप एरिया वाइज देखिए, है ना। दूजे नंबर पर अरुणाचल प्रदेश सीगा, तीजे नंबर पर छत्तीसगढ़ सीगा। वो तो हैगा सी भी एक्चुअल च कितना एरिया वाइज किलोमीटर स्क्वेयर एरिया वाइज। लेकिन जब आप किसी स्टेट की परसेंटेज वाइज देखांगे तो सब तो ज़्यादा लक्षद्वीप च है परसेंटेज, ठीक है ना, मतलब 90% लक्षद्वीप के विच फॉरेस्ट है। हुण परसेंटेज वाइज चल रहे हैं, देखो अरुणाचल प्रदेश भी आ गया, ये किते थोड़ा मध्य प्रदेश नहीं देखो, क्योंकि मध्य प्रदेश बहुत बड़ी स्टेट है। तो ये बहुत इंपॉर्टेंट गल हो जाती है अपने आप च कि एरिया वाइज मध्य प्रदेश अते परसेंटेज वाइज, कि जो मैं हुण एग्जाम्पल लवां एक होर, जिवें SC पॉपूलेशन है, शेड्यूल कास्ट पॉपूलेशन है। वैसे तो सब तो ज़्यादा शेड्यूल कास्ट पॉपूलेशन यूपी च ही होगी, क्योंकि यूपी हर एक चीज़ अगे है, क्योंकि इत्थे पॉपूलेशन बहुत ज़्यादा, तो क्राइम भी ज़्यादा होगा, चंगियां चीज़ां भी ज़्यादा होणगियां, माड़ियां चीज़ां भी ज़्यादा होणगियां, हर तरह की चीज़ ज़्यादा होगी। तो फिलहाल आप गल कर रहे हैं भी यूपी के सब तो ज़्यादा SC पॉपूलेशन है पॉपूलेशन वाइज। अते जे आप परसेंटेज वाइज देखा तो पंजाब च है तकरीबन 33% वांगू हैगी है पंजाब च, ठीक है जी, परसेंटेज वाइज हाईएस्ट है। चलो अगे इंपॉर्टेंट जो इंपॉर्टेंट डाटाज ने उन्होंने सारे मैं की किया होया अंडरलाइन किया होया रेड कलर नाल, तो वो वाल ध्यान देना तुसीं। जे आप गल करिए लद्दाख का सिर्फ 1.47% एरिया ही फॉरेस्ट है, क्योंकि लद्दाख एडा वड्डा, वैसे भी उत्थे ना ज़्यादा मीह पैंदा है, ना उत्थे कोई मिट्टी कम दी हैगी है, सो इस करके उत्थे ट्रांस हिमालयस दे विच आ जांदा वो फॉरेस्ट घट है। तो स्टेटां च हरियाणा सब तो लीस्ट है, पंजाब दूजे नंबर पर आउंदा, ये आप पढ़ी चुके हैं, ठीक है जी। पंजाब च कोई नैशनल पार्क है ही नहीं, इत्थों ही पता लगता। हालांकि हरियाणे च तो 2 नैशनल पार्क है ने हजे भी, आप उन्होंने बारे अगे जाके पढ़ते हैं, ठीक है। तो ये कुछ होर गल्लां आ गई। देखो कोस्टल स्टेट्स की मैं गल करा, समुद्र के नाल लगदियां जिहड़ियां स्टेट्स ने, क्योंकि मध्य प्रदेश तो सेंटर च पै गया बिल्कुल, उन्होंने समुद्र तो लगता नहीं, पर गोवा जिहड़ा हैगा परसेंटेज वाइज गोवा दे विच सब तो ज़्यादा अपना फॉरेस्ट कवर हैगा। हालांकि गोवा बड़ी छोटी स्टेट है, परसेंटेज वाइज तो कुछ भी नहीं बनना, ये तो ज़्यादा तो करनाटका केरला च ही होगा, पर परसेंटेज वाइज की गल हो रही है तो थोड़े सामने है, ठीक है। चलो जी, हुण अपने इंडिया दे विच आपां डिस्कस कीता सीगा भी सब तो ज़्यादा किहड़े फॉरेस्ट पाए जांदे ने। आपां पढ़िया सीगा भी ट्रॉपिकल ड्राई डेसिडुअस फॉरेस्ट, ठीक है ना, जिहड़े उष्ण कटिबंधी हुंदे ने, ठीक है, अते मॉइस्ट डेसिडुअस तो घट ने, फिर सैमी एवरग्रीन, फिर उस तो बाद ब्रॉड लीव्ड माउंटेन मतलब माउंटेन्स से पाए जाते हैं, फिर हिमालय फॉरेस्ट, फिर ट्रॉपिकल। तो अपना आप पढ़िया सीगा ट्रॉपिकल मॉइस्ट एवरग्रीन फॉरेस्ट, याद है थोनू, ये कित्थे कित्थे पाया जाता सी, अंडेमान निकोबार च पाया जाता सी, वैसटर्न घाट च पाया जाता सी, नॉर्थ ईस्ट असम वगैरह, तो कुछ तमिलनाडु के एरिया भी पाया जाता, थोड़ा तमिलनाडु नॉर्थ तमिलनाडु, ठीक है जी। सो ये गल्लां अपनियां हो चुकी ने। तुसीं सिर्फ ये याद रखना कि इंडिया च सब तो ज़्यादा फॉरेस्ट किहड़ा पाया जाता है, ट्रॉपिकल ड्राई डेसिडुअस फॉरेस्ट। दूजे नंबर पर मॉइस्ट है, कैटेगरी सेम है, ओके। हुण कुछ इंपॉर्टेंट फॉरेस्ट बारे आप पढ़ते हैं इंडिया के किहड़ी जगह पर किहड़ी लकड़ पाई जाती है। सब तो पहले देखो टीक जी है, टीक वो कित्थे पाई जाती है, साल फॉरेस्ट पाई जाते हैं कांगड़ा हिमाचल के विच, इस तो इलावा वो नाल लगदियां स्टेटां ने, कुछ साउथ इंडिया भी साल फॉरेस्ट। साल के पेड़ थले किहड़े संत नूं मोक्ष की प्राप्ति हुई सी, महावीर जैन। महात्मा बुद्ध नूं तो पिपल के पेड़ थले हुई सी ना, साल के पेड़ थले महावीर जैन नूं हुई सी, है ना। सो देख लो उन्होंने कित्थे हुई सी, भला बिहार च हुई सी, सो बिहार भी हैगा इहदे च, ओके। अच्छा शीशम का फॉरेस्ट जिहड़ा है, शीशम जिन्होंने आप टाली कहने, साडा शीशम स्टेट ट्री है ना पंजाब का, तो देखो इत्थे किते वैस्ट बंगाल, पंजाब भी लिखना चाहिए सीगा, हैगा पंजाब च थोड़ा बहुत। अगे चलते हैं, क्योंकि साढ़े पंजाब च तो वैसे ही सैकेंड लोएस्ट है, तो उन्हें पंजाब लिखा ही नहीं, कुछ हज़ार या कुछ लख दरख्त होणगे बस, ठीक है। अच्छा सैंडलवुड मेनली कित्थे पाया जाता, पुष्पा फिल्म तुसीं देखी होनी मेरे ख्याल वो करनाटका बेस्ड ही है,
हाँ मैं देखी नहीं, इस करके मैंने ਉਹਦੇ ਬਾਰੇ ज़्यादा जानकारी नहीं हैगी। लेकिन एक विरप्पन नाम का बंदा ਹੁੰਦਾ ਸੀਗਾ ਜਿਹੜਾ सैंडलवुड की तस्करी करता ਹੁੰਦਾ ਸੀਗਾ, ਉਹਨੂੰ ਬਾਅਦ ਚ ਗਵਰਨਮੈਂਟ ਨੇ ਇੱਕ ਆਪਰੇਸ਼ਨ ਦੇ ਤਹਿਤ ਮਾਰਤਾ ਸੀਗਾ। ਠੀਕ ਹੈ, ਤਾਮਿਲਨਾਡੂ ਦੇ ਵਿੱਚ ਵੀ ਹੈ। ਸੈਂਡਲਵੁੱਡ ਹਾਰਡ ਅਤੇ ਫ੍ਰੈਗਰੈਂਟ ਹੁੰਦੀ ਹੈ। ਠੀਕ ਹੈ, ਇੱਕ ਹੋਰ ਹੁੰਦੀ ਹੈ ਰੈੱਡ ਸੈਂਡਲਵੁੱਡ। ਰੈੱਡ ਸੈਂਡਲਵੁੱਡ ਦੀ ਵੀ ਖੇਤੀ ਹੁੰਦੀ ਹੈ, ਲੇਕਿਨ ਉਹਦੀ ਖੁਸ਼ਬੂ ਲਈ ਨਹੀਂ, ਉਹਦੇ ਕਲਰ ਲਈ। ਬਿਲਕੁਲ ਸੁਰਖ ਲਾਲ ਰੰਗ ਹੁੰਦਾ ਉਹਦਾ। ਠੀਕ ਹੈ, ਅੱਛਾ ਦੇਵਦਾਰ ਦੇ ਟਰੀਜ਼ ਹੁੰਦੇ ਨੇ, ਇਹ ਤੁਹਾਨੂੰ ਹਿਮਾਲਿਆ 'ਚ ਮਿਲਣਗੇ। ਬੜੀ ਖੁਸ਼ਬੂ ਬਹੁਤ ਸੋਹਣੀ ਹੁੰਦੀ ਹੈ ਇਹਨਾਂ ਦੀ। ਦੇਖਿਆ ਨਾ, ਦੇਖੋ ਫ੍ਰੈਗਰੈਂਟ ਐਂਡ ਡਿਊਰੇਬਲ। ਇਹਨਾਂ ਦੀ ਬਣਾਈਆਂ ਹੋਈਆਂ ਜਿਹੜੀਆਂ ਰੇਲਵੇ ਨੇ ਉਹ ਦੇਵਦਾਰ ਦੀ ਬਣਦੇ ਨੇ, ਕਿਉਂਕਿ ਲੰਬੇ ਸਮੇਂ ਲਈ ਚਾਹੀਦੇ ਹੁੰਦੇ ਨੇ ਰੇਲਵੇ ਦੇ ਜਿਹੜੇ ਹੈ ਨਾ, ਟਰੈਕ ਨਹੀਂ ਮੇਨਲੀ ਉਹਦੀ ਸਲੀਪਰ। ਠੀਕ ਹੈ, ਡੱਬੇ ਬਿਲਕੁਲ ਬਣਦਾ ਹੋਏਗਾ ਜੀ। ਜੇ ਦੇਵਦਾਰ ਦਾ ਕੋਈ ਡਿਓਡਰੈਂਟ ਹੁੰਦਾ ਤਾਂ ਡੈਫੀਨੇਟਲੀ। ਅਰੇ ਦੇਵਦਾਰ ਦਾ ਤਾਂ ਇੱਕ ਮੈਂ ਕਿਤੇ ਹਿਮਾਚਲ ਗਿਆ ਸੀ ਇੱਕ ਵਾਰੀ, ਉੱਥੋਂ ਤੁਸੀਂ ਇੱਦਾਂ ਲੱਕੜ ਨਹੀਂ ਨਾ ਲੈ ਕੇ ਆ ਸਕਦੇ ਤੁਸੀਂ। ਮਤਲਬ ਜੇ ਕੋਈ ਕਿਸੇ ਦਾ ਮਰਡਰ ਕਰ ਦੇਵੇ ਤਾਂ ਉਹਨੂੰ ਫਿਰ ਵੀ ਜ਼ਮਾਨਤ ਮਿਲ ਜਾਂਦੀ ਹੈ, ਪਰ ਇਸ ਕੇਸ 'ਚ ਜ਼ਮਾਨਤ ਨਹੀਂ ਮਿਲਦੀ। ਠੀਕ ਹੈ ਨਾ, ਕਿਤੇ ਇੱਕ ਆਟੋ ਰਿਕਸ਼ਾ ਦੇ ਵਿੱਚ ਮੈਂ ਜਾ ਰਿਹਾ ਸੀ ਉੱਥੇ ਹੀ, ਅਤੇ ਉਹਨੇ ਮੈਨੂੰ ਦੱਸਿਆ, ਕਹਿੰਦਾ ਇੱਕ ਵਾਰੀ ਕੀ ਹੋਇਆ, ਕੋਈ ਪੇੜ ਆਪਣੇ ਆਪ ਨੈਚੁਰਲੀ ਗਿਰਦੇ ਰਹਿੰਦੇ ਨੇ ਪੇੜ, ਕਿਤੇ ਬਿਜਲੀ ਗਿਰ ਗਈ ਜਾਂ ਉਹੀ ਕੋਈ ਡਿੱਗਿਆ ਲੈਂਡਸਲਾਈਡ ਦੇ ਨਾਲ। ਕਹਿੰਦਾ ਮੈਂ ਦੇਵਦਾਰ ਦਾ ਇੱਕ ਲੱਕੜ ਐਡੀ ਵੱਡੀ ਲਿਆ ਕੇ ਘਰੇ, ਕਹਿੰਦਾ ਮੈਂ ਇੱਕ ਉਹਦਾ ਗੇਟ ਬਣਾਤਾ, ਜਾਲੀ ਵਾਲਾ ਦਰਵਾਜ਼ਾ। ਸਾਡੇ ਦਾ ਫਰੇਮ ਦੇਵਦਾਰ ਦਾ ਬਣਾਤਾ ਅਤੇ ਵਿੱਚ ਜਾਲੀ ਲਾਤੀ। ਕਹਿੰਦਾ ਮੈਂ ਲਾ ਤਾਂ ਦਿੱਤਾ, ਪਰ ਕਹਿੰਦਾ ਮੇਰੇ ਘਰ ਤੋਂ ਆਲੇ ਦੁਆਲੇ ਘੱਟੋ ਘੱਟ 500-600 ਮੀਟਰ ਦੇ ਰੇਂਜ 'ਚ ਖੁਸ਼ਬੂ ਹੀ ਖੁਸ਼ਬੂ। ਅਤੇ ਕਹਿੰਦਾ ਲੋਕ ਕਹਿਣ ਲੱਗੇ ਵੀ ਇਹਨੂੰ ਤੂੰ ਉਤਾਰ ਕੇ ਸੱਟਦਾ, ਨਹੀਂ ਤਾਂ ਤੈਨੂੰ ਜੇਲ੍ਹ ਹੋ ਜਾਣੀ ਹੈ। ਅਤੇ ਕਹਿੰਦਾ ਮੈਂ ਉਹਨੂੰ ਜਾ ਕੇ ਜੰਗਲ 'ਚ ਸੱਟਿਆ। ਮਤਲਬ ਇਟਸ ਇਲੀਗਲ ਟੂ ਨਾ, ਤੁਸੀਂ ਉਹਨੂੰ ਫੋਰੈਸਟ ਨੂੰ ਆਪਣੇ ਮਰਜ਼ੀ ਨਾਲ ਕੱਟ ਨਹੀਂ ਸਕਦੇ। ਕਈ ਸਾਰੇ ਅੰਦੋਲਨ ਹੋ ਚੁੱਕੇ ਨੇ, ਹਜੇ ਅਸੀਂ ਆਉਣਾ ਹੈ ਇਸ ਸਟੇਜ 'ਤੇ ਵਾਪਸ। ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਸੀ ਨਾ, ਗੁਰੂ ਨਾਨਕ ਦੇਵ ਜੀ ਦਾ ਕਿੰਨਵਾਂ ਪ੍ਰਕਾਸ਼ ਪੁਰਬ ਮਨਾਇਆ ਹਜੇ ਆਪਾਂ 2 ਸਾਲ ਪਹਿਲਾਂ, 550। ਅਤੇ ਉਦੋਂ ਪੰਜਾਬ ਦੇ ਵਿੱਚ ਮੀਆਂਵਾਕੀ ਟੈਕਨੀਕ ਦੀ ਗੱਲ ਹੋਈ ਸੀ ਉਹਨਾਂ ਦਿਨਾਂ 'ਚ। ਮੀਆਂਵਾਕੀ ਸੁਣਿਆ ਕਿਸੇ ਨੇ ਮੀਆਂਵਾਕੀ ਦਾ ਨਾਮ? ਦੇਖੋ ਅਸੀਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ, ਠੇਠ ਪੰਜਾਬੀ ਹਾਂ, ਅਤੇ ਸਾਨੂੰ ਮੀਆਂਵਾਕੀ ਬਾਰੇ ਨਹੀਂ ਪਤਾ, ਅਤੇ ਹੋਰ ਕਿਹਨੂੰ ਪਤਾ ਹੋਊਗਾ। ਹਾਲਾਂਕਿ ਇਹ ਜਿਹੜੀ ਟੈਕਨੀਕ ਹੈ ਇਹ ਪੰਜਾਬੀਆਂ ਲਈ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਜਾਪਾਨ ਦੀ ਟੈਕਨੀਕ ਹੈ। ਅਤੇ ਜਿਹੜੇ ਉਦੋਂ ਕਿਹਾ ਗਿਆ ਸੀ ਵੀ ਪੰਜਾਬ ਦੇ ਵਿੱਚ ਫੋਰੈਸਟ ਬਿਲਡ ਹੋਣੇ ਚਾਹੀਦੇ। ਦੇਖੋ ਕਿੰਨੀ ਮਾੜੀ ਗੱਲ, ਸੈਕਿੰਡ ਲੋਐਸਟ ਹਾਂ ਅਸੀਂ। ਤਾਂ ਮੀਆਂਵਾਕੀ ਜਾਪਾਨੀ ਟੈਕਨੀਕ ਹੈ ਜਿਹਦੇ ਨਾਲ ਬੜੀ ਜਲਦੀ ਅਸੀਂ ਫੋਰੈਸਟ ਉਗਾ ਸਕਦੇ ਹਾਂ ਕਿਸੇ ਵੀ ਏਰੀਏ 'ਚ। ਇੱਕ ਸ਼ਹਿਰ ਦੇ ਵਿੱਚ ਕਿਸੇ ਪਲਾਟ 'ਚ ਤੁਸੀਂ ਫੋਰੈਸਟ ਉਗਾ ਸਕਦੇ ਹੋ। ਉਹ ਟੈਕਨੀਕ ਹੈ, ਉਹ 'ਚ ਕੁਝ ਖਾਸ ਤਰ੍ਹਾਂ ਦੇ ਬੀਜ ਲਏ ਜਾਂਦੇ ਨੇ, ਉਹਨਾਂ ਨੂੰ ਕੁਝ ਖਾਸ ਤਰ੍ਹਾਂ ਦੀ ਪਲਾਂਟੇਸ਼ਨ ਕਰਕੇ ਉਗਾਇਆ ਜਾਂਦਾ। ਠੀਕ ਹੈ ਨਾ, ਇੱਕ ਕਹਾਵਤ ਹੈ ਵੀ ਜੇਕਰ ਤੁਹਾਡੇ ਕੋਲ ਇੱਕ ਗਾਰਡਨ ਹੈਗਾ ਜਿਸ 'ਚ ਤੁਸੀਂ ਫਲ ਸਬਜ਼ੀਆਂ ਪੇੜ ਪੌਦੇ ਬੀਜ ਸਕੋ, ਅਤੇ ਜੇਕਰ ਤੁਹਾਡੇ ਕੋਲ ਆਪਣੀ ਇੱਕ ਲਾਇਬ੍ਰੇਰੀ ਹੈਗੀ ਹੈ, ਲਾਇਬ੍ਰੇਰੀ ਮਤਲਬ ਬੁੱਕਸ, ਤਾਂ ਤੁਸੀਂ ਦੁਨੀਆ ਦੇ ਸਭ ਤੋਂ ਲੱਕੀ ਇਨਸਾਨ ਹੋ ਬਸ। ਇਹ ਤੋਂ ਉੱਤੇ ਤਾਂ ਫਿਰ ਕਿਹਨੇ ਦੇਖਿਆ ਸਵਰਗ ਜਾਂ ਨਰਕ। ਠੀਕ ਹੈ ਨਾ, ਤਾਂ ਇਹ ਕਿਹਾ ਜਾਂਦਾ, ਮਤਲਬ ਅੰਗਰੇਜ਼ੀ ਕੋਟੇਸ਼ਨ ਹੈ, ਕਿਸੇ ਅੰਗਰੇਜ਼ ਦੀ ਕੋਟੇਸ਼ਨ ਹੈ, ਮੈਂ ਆਪਣੇ ਵਾਲੇ ਦੀ ਗੱਲ ਨਹੀਂ ਕਰਦਾ। ਸਾਡੇ ਵਾਸਤੇ ਤਾਂ ਅੱਜ ਵੀ ਰੇਂਜ ਰੋਵਰ ਉਹ ਸੈਟਿਸਫੈਕਸ਼ਨ ਹੈ ਨਾ। ਤਾਂ ਇਹ ਮਤਲਬ ਐਨੀਵੇਜ਼ ਪਾਈਨ ਟਰੀਜ਼ ਹੁੰਦੇ ਨੇ, ਪਾਈਨ ਟਰੀਜ਼ ਹੁੰਦੇ ਨੇ, ਇਹ ਮਿਲਦੇ ਨੇ ਆਪਣੇ ਤਾੜ ਦੇ ਪੇੜ ਹੁੰਦੇ ਨੇ, ਇਹ ਵੀ ਲਾਈਟ ਵੁੱਡ ਹੁੰਦੀ ਹੈ ਇਹਨਾਂ ਦੀ, ਕਾਫੀ ਇੰਪੋਰਟੈਂਟ ਹੈਗਾ। ਮਲਬਰੀ ਫੋਰੈਸਟ, ਮਲਬਰੀ ਸ਼ਹਿਤੂਤ ਦੇ ਦਰਖਤ ਹੁੰਦੇ ਨੇ, ਅਤੇ ਖਾਸ ਇਹ ਹੈ ਵੀ ਇਹਦੇ ਉੱਪਰ ਰੇਸ਼ਮ ਦਾ ਕੀੜਾ ਰੱਖਿਆ ਜਾਂਦਾ। ਸਾਡੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਰੇਸ਼ਮ ਜਿਹੜੀ ਉਹ ਕਰਨਾਟਕਾ ਪੈਦਾ ਕਰਦਾ। ਠੀਕ ਹੈ ਜੀ, ਸੈਰੀਕਲਚਰ ਕਹਿੰਦੇ ਨੇ ਰੇਸ਼ਮ ਦੇ ਕੀੜੇ ਨੂੰ ਪਾਲਣ ਦਾ, ਉਹਨੂੰ ਕਹਿੰਦੇ ਨੇ ਬੋਂਬੈਕਸ ਮੋਰੀ। ਤਾਂ ਮਲਬਰੀ ਦੇ ਉੱਪਰ ਮੇਨਲੀ ਉਹ ਰਹਿੰਦਾ। ਹੋਰ ਵੀ ਬਹੁਤ ਤਰ੍ਹਾਂ ਦੀ ਸਾਡੇ ਇੰਡੀਆ ਦੇ ਵਿੱਚ ਤਕਰੀਬਨ 4 ਤਰ੍ਹਾਂ ਦੀ ਸਿਲਕ ਪੈਦਾ ਕੀਤੀ ਜਾਂਦੀ ਹੈ। ਸਭ ਤੋਂ ਫੇਮਸ ਸਿਲਕ ਮਲਬਰੀ ਸਿਲਕ ਹੀ ਹੁੰਦੀ ਹੈ। ਠੀਕ ਹੈ, ਇੱਕ ਮੋਗਾ ਸਿਲਕ ਵੀ ਹੁੰਦੀ ਹੈ, ਉਹਦੇ ਬਾਰੇ ਮੈਂ ਅੱਗੇ ਜਾ ਕੇ ਦੱਸੂਗਾ ਤੁਹਾਨੂੰ। ਤਾਂ ਇਹ ਹੋ ਗਿਆ ਕਰਨਾਟਕਾ। ਝਾਰਖੰਡ ਲਾਖ ਪੈਦਾ ਕਰਦਾ। ਲਾਖ ਕੀ ਹੁੰਦਾ ਜੀ? ਇੱਕ ਮਟੀਰੀਅਲ ਹੁੰਦਾ, ਤੁਸੀਂ ਇਹਨੂੰ ਇੱਕ ਪਲਾਸਟਿਕ ਵਰਗਾ ਮਟੀਰੀਅਲ ਹੁੰਦਾ। ਤੁਸੀਂ ਅਕਸਰ ਦਰਖਤ ਦੇ ਵਿੱਚੋਂ ਕੋਈ ਟੱਕ ਲੱਗ ਜੇ ਤਾਂ ਗੂੰਦ ਬਾਹਰ ਨਿਕਲਦੀ ਹੋਈ ਦੇਖੀਏ, ਗੂੰਦ। ਉਹ ਗੂੰਦ ਵੀ ਤਾਂ ਪਲਾਸਟਿਕ ਹੀ ਵਰਗੀ ਹੁੰਦੀ ਹੈ। ਉਹਨੂੰ ਗਰਮ ਕਰ ਲਓ, ਬਿਲਕੁਲ ਪਲਾਸਟਿਕ ਦੀ ਤਾਰ ਜੀ ਬਣ ਜਾਊਗੀ। ਹਾਲਾਂਕਿ ਉਹਦੇ ਬੜੇ ਸਾਰੇ ਯੂਜ਼ਸ ਨੇ। ਅੱਜ ਕੱਲ੍ਹ ਤਾਂ ਲੋਕ ਘਰਾਂ 'ਚ ਪੋਲਿਸ਼ ਨਹੀਂ ਕਰਾਉਂਦੇ, ਅੱਜ ਕੱਲ੍ਹ ਤਾਂ ਸਨਮਾਈਕਾ ਚੱਲ ਪਿਆ। ਪਰ ਪਹਿਲਾਂ ਕੀ ਹੁੰਦਾ ਸੀ, ਜਿਵੇਂ ਸਨਮਾਈਕਾ ਪਹਿਲਾਂ ਆਦੀ ਸਾਡੇ ਪਲਾਈ ਜਾਂ ਲੱਕੜ ਲੈ ਕੇ, ਲੱਕੜ ਦੀ ਕੋਈ ਚੀਜ਼ ਬਣਾ ਕੇ ਉਹਦੇ ਉੱਪਰ ਬਾਅਦ 'ਚ ਪੋਲਿਸ਼ ਕੀਤੀ ਜਾਂਦੀ ਸੀ। ਉਹ ਪੋਲਿਸ਼ ਲੈਮੀਨੇਟ ਕਰ ਦਿੰਦੀ ਸੀ ਉਹਨੂੰ, ਤਾਂ ਕਿ ਉਹਦੇ ਉੱਪਰ ਪਾਣੀ ਲੱਗੇ ਤਾਂ ਫਿਰ ਕੋਈ ਦਿੱਕਤ ਨਾ ਹੋਵੇ। ਹੁਣ ਤਾਂ ਇਹਨੂੰ ਪਾਣੀ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ, ਪੇਂਟ ਕਰ ਦਿੰਦੇ ਆਪਾਂ, ਪਰ ਪੇਂਟ ਨਾਲ ਉਹਦਾ ਉਨਾ ਸੁੰਦਰਤਾ ਨਹੀਂ ਆ ਪਾਉਂਦੀ। ਹੁਣ ਤੁਸੀਂ ਆਹ ਦਰਵਾਜ਼ਾ ਦੇਖੋ, ਇਹ ਸਨਮਾਈਕੇ ਦਾ ਬਣਿਆ ਹੋਇਆ, ਜਿੰਨਾ ਮਰਜ਼ੀ ਤੁਸੀਂ ਕਹਿ ਲਓ, ਪਰ ਇਹ ਉਨਾ ਜ਼ਿਆਦਾ ਬਿਊਟੀਫੁਲ ਨਹੀਂ ਲੱਗਦਾ। ਜੇਕਰ ਪ੍ਰੋਪਰ ਲੱਕੜ ਦਾ ਬਣਿਆ ਹੁੰਦਾ ਇਹ ਕਿੰਨਾ ਸੋਹਣਾ ਰੇਸ਼ਾ ਹੋਣਾ ਸੀਗਾ।
ਉਹੋ ਜਿਹੀ ਸੁੰਦਰਤਾ ਮਸ਼ੀਨ ਥੋੜੀ ਪੈਦਾ ਕਰ ਸਕਦੀ ਹੈ। ਫਿਰ ਜੇ ਆਪਾਂ ਬਣਾਤਾ ਉਹਨੂੰ ਬਾਅਦ 'ਚ ਹੁਣ ਪਾਣੀ ਤੋਂ ਤੇ ਹੋਰ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਉਹਦੇ ਉੱਪਰ ਲੈਮੀਨੇਸ਼ਨ ਕੀਤੀ ਜਾਂਦੀ ਸੀ, ਜਿਹਨੂੰ ਆਪਾਂ ਕਹਿੰਦੇ ਸੀ ਪੋਲਿਸ਼। ਸਪਿਰਿਟ ਲੈ ਕੇ ਲਾਖ ਦੇ ਵਿੱਚ ਮਿਲਾ ਕੇ ਪੋਲਿਸ਼, ਨੈਚੁਰਲ ਹੈ ਇਹ ਦਰਖਤ ਨੂੰ ਪਾਣੀ ਤੋਂ ਬਚਾਉਂਦੀ ਸੀ, ਮਤਲਬ ਉਹਦੇ ਆਪਣੇ ਯੂਜ਼ਸ ਨੇ। ਕਈ ਤਰ੍ਹਾਂ ਦੀ ਗੂੰਦ ਤਾਂ ਅਸੀਂ ਵੀ ਯੂਜ਼ ਕਰਦੇ ਹਾਂ, ਆਪਣੀ ਸਿਹਤ ਲਈ ਚੰਗੀ ਹੁੰਦੀ ਹੈ ਗੂੰਦ, ਹੈ ਨਾ। ਅਕਸਰ ਗਰਮੀਆਂ ਦੇ ਵਿੱਚ ਗੂੰਦ ਕਤੀਰਾ ਪੀਣ ਨੂੰ ਮਿਲ ਜਾਂਦਾ, ਸੋ ਉਹ ਚੰਗਾ ਹੁੰਦਾ ਸਿਹਤ ਲਈ। ਗੂੰਦ ਤਾਂ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਸਰਦੀਆਂ ਤੇ ਗਰਮੀਆਂ ਦੋਨਾਂ 'ਚ ਸਾਡੇ ਸਰੀਰ ਨੂੰ ਮਤਲਬ ਹਾਂ, ਸਰਦੀਆਂ 'ਚ ਕਿੱਕਰ ਦੀ ਅਤੇ ਗਰਮੀਆਂ 'ਚ ਕਿਹੜਾ, ਲੇਕਿਨ ਉਹ ਗੂੰਦ ਕਿਸੇ ਹੋਰ ਦਰਖਤ ਦੀ ਹੁੰਦੀ ਹੋਏਗੀ, ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ, ਤੁਸੀਂ ਦੇਖ ਲਿਓ। ਅੱਛਾ, ਲਾਖ ਮੈਂ ਤੁਹਾਨੂੰ ਦੱਸਤਾ। ਫਿਰ ਮੱਧ ਪ੍ਰਦੇਸ਼ 'ਚ ਟੇਂਡੂ ਟਰੀ ਪਾਏ ਜਾਂਦੇ ਨੇ। ਟੇਂਡੂ ਟਰੀ ਦੀ ਬੀੜੀ ਬਣਦੀ ਹੈ। ਹੁਣ ਬੀੜੀ ਇੰਡਸਟਰੀ ਬਹੁਤ ਸਾਡੇ ਪੰਜਾਬ ਦੇ ਵਿੱਚ ਇੰਨਾ ਕਲਚਰ ਨਹੀਂ ਹੈਗਾ, ਲੇਕਿਨ ਯੂਪੀ, ਬਿਹਾਰ ਜਾਂ ਸੈਂਟਰਲ ਇੰਡੀਆ ਉਹ 'ਚ ਕਾਫੀ ਕਲਚਰ ਹੈ ਇਸ ਚੀਜ਼ ਦਾ। ਤਾਂ ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾ ਸਕਦਾ ਕਿ ਬੀੜੀ ਕਿਹੜੇ ਦਰਖਤ ਤੋਂ ਕਿਹੜੇ ਪੱਤਿਆਂ ਤੋਂ ਬਣਦੀ ਹੈ? ਟੇਂਡੂ ਦੇ ਪੱਤਿਆਂ ਤੋਂ ਬਣਦੀ ਹੈ, ਠੀਕ ਹੈ। ਹੁਣ ਬੀੜੀ ਦੀ ਜਿਹੜੀ ਇੰਡਸਟਰੀ ਹੈ ਨਾ, ਉਹ 'ਚ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਉਹਦੇ 'ਚ ਉਹ ਬੜੀ ਸਸਤੀ ਮਤਲਬ ਹੁੰਦੀ ਹੈ। ਵੀ ਬੀੜੀ, ਇੱਕ ਬੀੜੀ ਕਿੰਨੇ ਦੀ ਆਉਂਦੀ ਹੈ ਦੱਸੋ? ਇੱਕ ਬੀੜੀ ਦਾ ਪੂਰਾ ਬੰਡਲ ਜਿਹੜਾ ਹੁੰਦਾ ਉਹ 5 ਰੁਪਏ ਦਾ ਹੁੰਦਾ ਸ਼ਾਇਦ, ਇਹ ਤੋਂ ਵੀ ਘੱਟ ਹੁੰਦਾ। ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈਗੀ, ਚਲੋ 5-10 ਰੁਪਏ ਦਾ ਜਿੰਨੇ ਦਾ ਵੀ ਹੁੰਦਾ, ਠੀਕ ਹੈ।